जी सत्कारयोग साथियों, सब तो पहला सारे साथियों को बेनती है लाइव हो के तुहाडे नाल जिहड़े आपां विचार साझे करने हैं। सो सारे साथियों को बेनती है कि अपना दीपक कंबोज वाला जिहड़ा पेज अनअप्लाइड ETT डेट पास हाँ जी 29 साथी अपने जुड़ चुके ने। शेयर कर दो अपना लिंक वीरे। आप राम राम जी शिव कुंदल शेयर कर दो वीर जी लिंक अपना, फिर तुहाडे नाल गलबात करते हैं। आवाज़ देखो सही आ रही है जी, दसो जी। सब तो पहला मेरे लाइव देख रहे सारे साथियों को प्यार भरी सत श्री अकाल। वाहिगुरू जी का खालसा, श्री वाहिगुरू जी की फतेह। हाँ जी आवाज़ सही है जी। हाँ जी साथियों देखो आपां गल की शुरुआत करते हैं कि तुसी सारे साथियों ने बड़े लंबे समय तो संघर्ष दे विच मैदान दे विच जिहड़े हो तुसी डटे हुए हो, चाहे वह मैदानी संघर्ष होए चाहे वह कानूनी संघर्ष होए। हरेक पक्ष तो तुसी यूनीयन का जदों भी तुहानूं सद्दा दिता गया तुसी सारे साथी पहुंचे। साथियों चाहे अपने कोई प्रोटेस्ट की गल होवे, चाहे फंड की गल होवे, तां तुसी हरेक पक्ष तो सारे साथियों ने वध चढ़ के जिहड़ा वो साथ दिता। तां साथियों समा की है हुण सरकार कोलों आपदा हक जिहड़ा है उस ते कब्जा लेना, आपदा हक लेना, ETT की होंद नूं बचा के रखना, जो लड़ाई आप लड़ रहे हैं। सो साथियों तुहानूं पता ही है 2364 पोस्ट अपनी अज भी जिहड़ी है कोर्ट दे विच है, जिस दी 20 जुलाई हैगी है। उस लिए भी 2364 लिए भी तैयारियां जिहड़ियां ने वो अपनियां चल रही ने, क्योंकि 20 जुलाई की जिहड़ी सुनवाई है वो भी असी पूर्ण जोर लगा के, चाहे किते भी सिफारिश, चाहे किते भी AG साहब नूं नाल मीटिंग करनी, डिप्टी AG साहब नाल मीटिंग करनी, सिक्ख्या मंत्री नाल मीटिंग करनी 2364 के संबंध दे विच वो असी हर हालत में जिहड़ी है वो साथियों जिहड़ी कोशिश जिहड़ी करके 2364 नूं भी असी बहाल कराउण दी कोशिश जिहड़ी है वो कर रहे हैं। नाल दी नाल 6695 अपनी जिन्हां दे साथियों की स्क्रूटनी हो चुकी है उस दे ऑफर लैटर लैना, सैंकड़ लिस्टां जिहड़ियां उन्हां नूं पवाउणा। सो साथियों जिथे इन्ना समा अपना लंघ चुकिया पहला, सो घबराउण की जरूरत नहीं। जिवें संघर्ष करके आपां पहला भर्तियां कढ़वाइयां ने,
ਤਾਂ ਦੁਬਾਰਾ ਚਾਹੇ ਆਪਾਂ ਨੂੰ ਕਿੰਨਾ ਵੱਡਾ ਵੀ ਹੋਰ ਸੰਘਰਸ਼ ਕਰਨਾ ਪਵੇ, ਆਪਾਂ ਹੁਣ ਪਿੱਛੇ ਨਹੀਂ ਉਤਰਾਂਗੇ, ਪਿੱਛੇ ਨਹੀਂ ਹਟਾਂਗੇ। 6635 ਭਰਤੀ ਨੂੰ ਜਿਹੜਾ ਹੈ ਉਹ ਅਸੀਂ ਕੰਪਲੀਟ ਕਰਵਾਵਾਂਗੇ। ਸੈਂਕੜ ਲਿਸਟਾਂ ਵੀ ਉਹ ਅਸੀਂ ਜਿਹੜੀਆਂ ਹਰ ਹਾਲਤ ਵਿੱਚ ਜਿਹੜੀਆਂ ਉਹ ਪਵਾਵਾਂਗੇ, ਕਿਉਂਕਿ ਬਹੁਤ ਸਾਰੇ ਸਾਥੀਓ ਮੈਨੂੰ ਫੋਨ ਆ ਰਹੇ ਸੀਗੇ ਕਿ ਪ੍ਰੋਸੈਸ ਕਿਵੇਂ ਚੱਲ ਰਿਹਾ ਹੈ, 6635 ਦਾ ਆਫਰ ਲੈਟਰ ਕਦੋਂ ਮਿਲਣਗੇ, ਸੈਂਕੜ ਲਿਸਟਾਂ ਪੈਣਗੀਆਂ ਜਾਂ ਨਹੀਂ ਪੈਣਗੀਆਂ। ਤਾਂ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਸਾਥੀਓ, ਅਜੇ ਤੱਕ ਪਿੱਛੇ ਵੀ ਆਪਾਂ ਜਿੰਨੀ ਮਰਜ਼ੀ ਭਰਤੀਆਂ ਤੇ ਆਪਾਂ ਨਿਗਾਹ ਮਾਰੀਏ ਕਿ ਪਹਿਲੀ ਲਿਸਟ ਦੇ ਵਿੱਚ ਕਦੇ ਵੀ ਭਰਤੀ ਜਿਹੜੀ ਹੈ ਉਹ ਕੰਪਲੀਟ ਨਹੀਂ ਹੁੰਦੀ। ਹਮੇਸ਼ਾ ਵਾਸਤੇ ਲਿਸਟਾਂ ਪਈਆਂ ਨੇ, ਕਈਆਂ ਭਰਤੀਆਂ ਦੀਆਂ 3 ਤੋਂ 4 ਲਿਸਟਾਂ ਵੀ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ। ਮੈਂ ਤੁਹਾਨੂੰ ਦੱਸ ਦਿਆਂ ਕਿ ਆਪਣਾ 6635 ਦਾ ਜਿਹੜਾ ਸੰਘਰਸ਼ ਸੀਗਾ ਕੋਰਟ ਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ ਆਪਣਾ 6635 ਭਰਤੀ ਦਾ ਨੋਟੀਫਿਕੇਸ਼ਨ ਓਨਲੀ ETT ਦਾ ਨੋਟੀਫਿਕੇਸ਼ਨ ਓਨਲੀ ETT ਦਾ ਆਇਆ ਹੋਇਆ ਹੈ। ਕੋਰਟ ਦੇ ਵਿੱਚ ਆਪਾਂ ਹਾਈ ਕੋਰਟ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਜਿਹੜੀ ਉਹ ਕਰ ਚੁੱਕੇ ਹਾਂ। ਤਾਂ B.Ed ਜਿਹੜੀ ਹੈ ਉਹ 6635 ਦੇ ਵਿੱਚੋਂ ਬਿਲਕੁਲ ਜਿਹੜੇ ਜੋ ਪਟੀਸ਼ਨਰ ਬਣ ਕੇ ਚਾਹੇ ਉਹ ਕਿਵੇਂ ਵੀ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸੀ, ਉਹ ਬਿਲਕੁਲ 6635 ਦੇ ਵਿੱਚੋਂ ਆਊਟ ਹੋ ਚੁੱਕੇ ਨੇ। ਇਸ ਲਈ ਸੈਂਕੜ ਲਿਸਟਾਂ ਦਾ ਬਹੁਤ ਸਾਰੇ ਸਾਥੀ ਕਹਿ ਰਹੇ ਸੀਗੇ ਹੁਣ B.Ed ਵੀ ਜਿਹੜੀ ਹੈ ਉਹ ਆਪਣੇ 6635 ਦੇ ਵਿੱਚ ਸਕਰੂਟਨੀ ਕਰਵਾ ਚੁੱਕੇ ਸੀਗੇ, ਪਰੰਤੂ ਉਹ ਆਊਟ ਹੋਣਗੇ, ਮੈਰਿਟ ਡਾਊਨ ਆਊਗੀ, ਸੈਂਕੜ ਲਿਸਟਾਂ ਵੀ ਜਿਹੜੀਆਂ ਉਹ ਪੈਣਗੀਆਂ। ਤਾਂ ਸਾਥੀਓ ਘਬਰਾਉਣ ਦੀ ਲੋੜ ਨਹੀਂ। ਇਹ ਸਰਕਾਰ ਜਿਹੜੀ ਹੈ, ਚਾਹੇ ਕੋਈ ਅਕਾਲੀ ਹੈ, ਕਾਂਗਰਸ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਜਿਸ ਨੇ ਆਪਣੇ ਨਾਲ ਬੜੇ ਵੱਡੇ ਵੱਡੇ ਵਾਅਦੇ ਕਰਕੇ ਕਿ ਅਸੀਂ ਯੂਥ ਵਾਸਤੇ ਉਹ ਕਰਾਂਗੇ, ਆ ਕਰਾਂਗੇ, ਰੁਜ਼ਗਾਰ ਦੇਵਾਂਗੇ, ਪਰ ਹਜੇ ਤੱਕ ਵੀ ਜਿਹੜੀ ਉਹ ਸਭ ਕੁਝ ਜਿਹੜਾ ਉਹ ਠੰਡੇ ਬਸਤੇ 'ਚ ਪਾ ਕੇ ਰੱਖਿਆ ਹੋਇਆ ਹੈ ਸਰਕਾਰ ਨੇ। ਕੋਈ ਕਿਸੇ ਤਰੀਕੇ ਵੀ ਕੋਈ ਭਰਤੀ ਹਜੇ ਤੱਕ ਇਸ ਸਰਕਾਰ ਨੇ ਜਿਹੜੀ ਉਹ ਕੰਪਲੀਟ ਨਹੀਂ ਕੀਤੀ। ਤਾਂ ਸਾਥੀਓ ਆਪਾਂ 6635 ਦੇ ਆਫਰ ਲੈਟਰ ਵੀ ਲੈਣੇ ਆ, ਸੈਂਕੜ ਲਿਸਟਾਂ ਵੀ ਜਿਹੜੀਆਂ ਉਹ ਪਵਾਉਣੀਆਂ, ਓਵਰਏਜ ਦਾ ਮਸਲਾ ਹੱਲ ਕਰਵਾਉਣਾ ਹੈ। ਤਾਂ ਤੁਹਾਨੂੰ ਪਤਾ ਹੈ ਕਿ ਕਾਂਗਰਸ ਦੇ ਸਮੇਂ ਆਪਾਂ ਨੂੰ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ 5994 ਦਾ ਇਸ਼ਤਿਹਾਰ ਜਿਹੜਾ ਅਖਬਾਰ ਦੇ ਉੱਪਰ ਦੇ ਕੇ ਤੇ 3 ਦਿਨਾਂ ਦੇ ਵਿੱਚ ਪੋਰਟਲ ਖੋਲ੍ਹਣ ਦਾ ਉਹਨੇ ਆਪਣੇ ਨਾਲ ਪ੍ਰੋਮਿਸ ਕੀਤਾ ਸੀ, ਜੋ ਹਜੇ ਤੱਕ ਆਮ ਆਦਮੀ ਪਾਰਟੀ ਨੇ ਵੀ ਉਹ ਆਪਣੇ ਵਾਅਦੇ ਤੇ ਜਿਹੜੀ ਉਹ ਖਰੀ ਨਹੀਂ ਉਤਰੀ। ਤਾਂ ਇਸ ਲਈ ਸਾਥੀਓ 5994 ਦਾ ਅਸੀਂ ਪੋਰਟਲ ਜਿਹੜਾ ਹੈ ਓਪਨ ਕਰਵਾਉਣਾ ਹੈ। +2 ਬੇਸ ਤੇ ਸਾਡੀ ਜਿਹੜੀ ਹੈ ਉਹ ਭਰਤੀ ਹੋਊਗੀ। ਅਤੇ ਇੱਥੇ ਮੈਂ ਇੱਕ ਗੱਲ ਦੱਸ ਦਿਆਂ ਕਿ ਅਸੀਂ ਨੋਟੀਫਿਕੇਸ਼ਨ ਸਰਵਿਸ ਰੂਲ ਚਾਹੇ ਕੁਝ ਵੀ ਹੈ, ਅਸੀਂ ਸਰਕਾਰ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਸਰਵਿਸ ਰੂਲ 5994 ਦੇ ਇਸ ਤਰੀਕੇ ਦੇ ਨਾਲ ਹੋਣੇ ਚਾਹੀਦੇ ਆ ਕਿ ਜਿਹੜੇ 5994 ਭਰਤੀ ਹੈ ਉਹ ਕਿਤੇ 6635 2364 ਪੋਸਟਾਂ ਦੇ ਵਾਕੂ ਕੋਡ ਦੇ ਵਿੱਚ ਬੇਰੁਜ਼ਗਾਰਾਂ ਨੂੰ ਜਿਹੜਾ ਉਹ ਨਾ ਜਾਣਾ ਪਵੇ। ਭਰਤੀ ਸਾਡੀ ਬਿਲਕੁਲ ਸੇਫ ਤੇ ETT ਨੂੰ ਪਹਿਲ ਦੇ ਆਧਾਰ ਤੇ ਉਸ ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਸਾਨੂੰ ਜਿਹੜਾ ਉਹ ਚਾਹੀਦਾ ਹੈ, ਜਿੰਦੇ ਵਿੱਚ
ਸਾਡਾ ਓਵਰਏਜ ਵਾਲੇ ਸਾਥੀਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਸੋ ਸਾਡੀਆਂ ਮੇਨ ਜਿਹੜੀਆਂ 4 ਮੰਗਾਂ ਨੇ 2364 ਨੂੰ ਕੰਪਲੀਟ ਕਰਾਉਣਾ, 6635 ਦੇ ਆਫਰ ਲੈਟਰ ਲੈਣੇ, ਸੈਂਕੜ ਲਿਸਟਾਂ ਪਵਾਉਣਾ, ਓਵਰਏਜ ਦਾ ਮਸਲਾ ਹੱਲ ਕਰਵਾਉਣਾ 5994 ਨੋਟੀਫਿਕੇਸ਼ਨ ਦੇ ਵਿੱਚ। ਸੋ ਸਾਥੀਓ, ਏਕੇ ਦਾ ਸਬੂਤ ਦਿਓ। ਜਿਵੇਂ ਪਹਿਲਾਂ ਆਪਾਂ ਸਾਰੀਆਂ ਭਰਤੀਆਂ ਇਸ ਸਰਕਾਰ ਕੋਲੋਂ ਚਾਹੇ ਆਪਾਂ ਡਾਂਗਾ ਖਾਧੀਆਂ, ਟੈਂਕੀਆਂ ਤੇ ਚੜੇ, YPS ਚੌਂਕ ਤੇ ਵਾਰ-ਵਾਰ ਧਰਨਾ ਦਿੱਤਾ, ਟਾਵਰਾਂ ਤੱਕ ਚੜ੍ਹਨਾ ਪਿਆ, ਬਹੁਤ ਕੁਝ ਆਪਣੇ ਨਾਲ ਸਾਥੀਓ ਜਿਹੜਾ ਉਹ ਵਾਪਰਿਆ, ਤੇ ਆਪਾਂ ਉਸ ਸਰਕਾਰ ਕੋਲ ਜਿਹੜੀਆਂ ਉਹ ਆਪਾਂ ਪੋਸਟਾਂ ਕਢਵਾਈਆਂ, ਤੇ ਹੁਣ ਇਹਨਾਂ ਪੋਸਟਾਂ ਨੂੰ ਆਪਾਂ ਕੰਪਲੀਟ ਵੀ ਕਰਾਉਣਾ ਹੈ। ਇਹ ਤਾਂ ਹੀ ਪੋਸਟਾਂ ਜਿਹੜੀਆਂ ਕੰਪਲੀਟ ਹੋਣਗੀਆਂ ਜੇਕਰ ਆਪਾਂ ਸਾਰੇ ਏਕੇ ਦਾ ਸਬੂਤ ਦੇਵਾਂਗੇ, ਨਾ ਕਿ ਆਪਾਂ ਸੈਲਫਿਸ਼ ਹੋ ਕੇ ਇੱਕ ਆਪ ਦੇ ਲਈ, ਇੱਕ ਆਪਦੇ ਵਾਸਤੇ ਖਿੱਚਾਤੁਈ ਕਰਕੇ ਕਿ ਉਹ ਕਿਉਂ ਨੰਬਰ ਉਸਦਾ ਆ ਰਿਹਾ, ਮੇਰਾ ਕਿਉਂ ਨਹੀਂ ਪੈ ਰਿਹਾ, ਇਹ ਕਿਉਂ ਨਹੀਂ ਹੋ ਰਿਹਾ, ਉਹ ਕਿਉਂ ਨਹੀਂ ਹੋ ਰਿਹਾ, ਇਸ ਤਰੀਕੇ ਨਾਲ ਨਹੀਂ। ਜਦੋਂ ਆਪਾਂ ਨਾਲ ਦੇ ਸਾਥੀ ਨੂੰ ਲਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣਾ ਵੀ ਨੰਬਰ ਜਿਹੜਾ ਹੈ, ਸੋ ਸਾਰਿਆਂ ਨੂੰ ਰਲ ਮਿਲ ਕੇ ਆਪਾਂ ਨੂੰ ਹਮਲਾ ਮਾਰਨਾ ਚਾਹੀਦਾ ਹੈ। ਸੋ ਸਾਥੀਓ, ਮੈਂ ਇੱਥੇ ਦੱਸ ਦਿਆਂ ਕਿ ਉਹ ਦਿਨ ਦੁਬਾਰਾ ਜਿਹੜੇ ਉਹ ਆਪਾਂ ਨੂੰ ਸ਼ੁਰੂ ਕਰਨੇ ਪੈ ਰਹੇ ਨੇ। ਸਰਕਾਰ ਦੀ ਨਲਾਇਕੀ ਦੇ ਕਾਰਨ ਬਹੁਤ ਸਾਰੀਆਂ ਆਪਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਵਾਰ ਅਸੀਂ ਵਾਰ-ਵਾਰ ਚੰਡੀਗੜ੍ਹ ਜਾ ਕੇ ਗੇੜੇ ਲਾਏ, ਪਰ ਸਾਨੂੰ ਡਿਪਾਰਟਮੈਂਟ ਵੱਲੋਂ ਵੀ ਜਿਹੜਾ ਹੈ ਉਹ ਲਾਰਾ ਮਿਲਿਆ। ਸਾਨੂੰ ਨਹੀਂ ਪਤਾ, ਚਾਹੇ ਉਹ ਡਿਪਾਰਟਮੈਂਟ ਦੇ ਵੱਲੋਂ, ਚਾਹੇ ਉਹ ਸਰਕਾਰ ਦੇ ਵੱਲੋਂ ਕੁਝ ਉਹਨਾਂ ਨੂੰ ਇਸ ਤਰ੍ਹਾਂ ਦੇ ਹੁਕਮ ਦਿੱਤੇ ਗਏ ਨੇ ਕਿ ਭਰਤੀਆਂ ਜਿਹੜੀਆਂ ਨੇ 6635 ਏਜੰਟ ਦੇ ਉਹ ਆਫਰ ਲੈਟਰ ਨਹੀਂ ਦਿੱਤੇ ਜਾ ਰਹੇ, ਸੈਂਕੜ ਲਿਸਟਾਂ ਨਹੀਂ ਪਾਈਆਂ ਜਾ ਰਹੀਆਂ। ਸੋ ਇਸ ਲਈ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਵੀ ਲੈਣਾ ਹੈ, 2364 ਦਾ ਵੀ ਹੱਲ ਕਰਾਉਣਾ ਹੈ, ਓਵਰਏਜ ਦਾ ਮਸਲਾ ਵੀ ਹੱਲ ਕਰਾਉਣਾ ਹੈ। ਤਾਂ ਇੱਕ ਵਾਰੀ ਆਪਾਂ ਨੂੰ ਫਿਰ ਜਿਹੜਾ ਹੈ ਉਹ ਮੈਦਾਨੀ ਜੰਗ ਜਿਹੜੀ ਹੈ ਉਹ ਲੜਨੀ ਪੈਣੀ ਹੈ। ਇਸ ਲਈ ਸਾਥੀਓ, ਆਪਾਂ 16 ਜੁਲਾਈ ਦਾ ਜਿਹੜਾ ਐਕਸ਼ਨ ਸੰਗਰੂਰ ਦੇ ਵਿੱਚ ਲਿਖਿਆ ਹੋਇਆ, ਤੁਹਾਨੂੰ ਪਤਾ ਹੀ ਹੈ ਕਿ ਜਿਮਨੀ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਉਸ ਦੇ ਵਿੱਚ ਆਪਾਂ ਇਹ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਡਾ ਸਾਰਿਆਂ ਦਾ ਬੇਰੁਜ਼ਗਾਰਾਂ ਦਾ ਹੱਲ ਕਰਾਂਗੇ, ਤਾਂ ਇਸ ਸਰਕਾਰ ਦਾ ਜਿਹੜਾ ਹੈ ਉੱਥੇ ਆਪਾਂ ਭੰਡੀ ਪ੍ਰਚਾਰ ਕਰਾਂਗੇ। ਹੋ ਸਕਦਾ ਸਾਥੀਓ ਆਪਾਂ ਨੂੰ ਉੱਥੇ ਪੱਕਾ ਮੋਰਚਾ ਹੀ ਸੰਗਰੂਰ ਦੇ ਵਿੱਚ ਲਾਣਾ ਪੈ ਸਕਦਾ ਹੈ। ਇਸ ਲਈ 16 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਦੇ ਬੈਗ ਤਿਆਰ ਕਰਕੇ ਲਿਆਉਣੇ ਆ। ਇਹ ਨਾ ਸਮਝਿਓ ਕਿ ਆਪਾਂ ਇੱਕ ਦਿਨ ਦਾ ਪ੍ਰੋਟੈਸਟ ਕਰਕੇ ਤੇ ਘਰਾਂ ਨੂੰ ਵਾਪਸ ਆ ਜਾਵਾਂਗੇ। ਇਸ ਲਈ ਪੂਰੀ ਤਿਆਰੀ ਦੇ ਨਾਲ ਤੁਸੀਂ ਸਾਰੇ ਸਾਥੀਆਂ ਨੇ ਆਉਣਾ ਹੈ ਤੇ ਆਪਾਂ ਆਪਦੀਆਂ ਭਰਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਪਲੀਟ ਕਰਾਉਣਾ ਹੈ, ਨਵਾਂ ਨੋਟੀਫਿਕੇਸ਼ਨ ਲੈਣਾ ਹੈ, ਓਵਰਏਜ ਦਾ ਮਸਲਾ ਹੱਲ ਕਰਾਉਣਾ ਹੈ ਤੇ 2364 ਦਾ ਜਿਹੜਾ ਕੋਡ ਦੇ ਵਿੱਚ ਆਪਣੀ ਭਰਤੀ ਰੁਕੀ ਹੋਈ ਹੈ ਉਹ ਸਰਕਾਰ ਕੋਲੋਂ ਅਸੀਂ ਸਹੀ ਤਰੀਕੇ ਦੇ ਨਾਲ ਡਿਫੈਂਡ ਕਰਵਾ ਕੇ ਉਸ ਭਰਤੀ ਨੂੰ ਜਿਹੜਾ ਹੈ ਬਹਾਲ ਕਰਵਾ ਕੇ ਅਸੀਂ ਸਾਡੇ ਸਾਥੀ ਜਿਹੜੇ ਹੈ ਉਸ ਦੇ ਵਿੱਚ ਜੁਆਇਨ ਕਰਵਾਉਣੇ ਆ। ਤਾਂ ਸਾਥੀਓ, ਬਹੁਤ ਸਾਰੇ ਸਾਥੀਆਂ ਦੇ ਵਿੱਚ ਮੈਸੇਜ ਆ ਰਹੇ ਆ ਵੀ ਇਹ ਜਾਲੀ ਡਿਗਰੀਆਂ ਬਾਹਰ ਕੱਢੋ। ਬਿਲਕੁਲ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਵੀ ਤੁਹਾਡੇ ਕਹਿਣ ਤੋਂ ਅਸੀਂ
गल कर चुके हैं। जाली डिग्रियां जो स्कैन करके असी ये गल उन्होंने चेतावनी देना चाहुंदे हां कि भाई फिर बाद विच ना एक होए, आपदियां सही डिग्रियां जिहड़ियां हैगियां उही लाओ, क्योंकि सरकार बहुत सख्त है। इसलिए जाली डिग्रियां का जिहड़ा है वो हरगिज़ जिहड़ा वो उसकी वेरीफिकेशन, उसका सब कुछ जो भी डिपार्टमेंट पहले भी करता आया है वो हुण भी जिहड़ा करूगा। सो बहुत सारे साथी इस तरह के मैसेज लगाते हैं कि उत्थे ये करना चाहिए, ये करना चाहिए। मैं तुहानूं एक गल दस दियां कि उत्थे डिपार्टमेंट दे विच वो कोई पहली बार भर्ती जिहड़ी है वो नहीं कर रहा है। उत्थे अफसर IAS अफसर बैठे आ, उन्हां दे कोलों ये सारियां डिग्रियां वैरीफिकेशन हो के फिर जाके जिहड़ा वो सरकारी मुलाजम जिहड़ा है वो लगता है। सो घबराउण की जरूरत नहीं। तो मैं एक इत्थे साथियों गल कहना चाहना कि बहुत सारे इशू जिहड़े उठ रहे हैं, जिहड़े कोई 18-20 का मुद्दा सब तो ज़्यादा जिहड़ा है वो जिहड़ा मुद्दा उठ रहा भी शायद यूनीयन जिहड़ी है वो सानू बाहर करवा रही है, जां उरलियां परलियां गल्लां करके। बहुत सारे मैनू फोन भी आउंदे आ, पर मैं एक गल इत्थे दस दियां, जो कोर्ट दे विच केस लग्या होया है वो डिपार्टमेंट दे विच उसका जवाब लैण दे लई भी एप्लीकेशन जिहड़ी वो दायर हुई हुई है। क्योंकि तुहानूं एक गल दस दियां, ना ही असीं डिपार्टमेंट के उपर प्रैशर बना के बाहर करा सकते हैं, ना ही असीं जिहड़ी है उन्होंने विच रख सकते हैं। सो एक गल मैं तुहानूं दस दियां कि बहुत सारियां जिहड़ियां कि यूनीयन के स्टेट कमेटी के मैंबरां के उपर जिहड़े इशू उठ रहे हैं कि वो 18-20 वाले नूं बाहर करवा रहे हैं, वो पता नहीं की कुछ अंदर दिखाते गल्लां कर रहे हैं। तो मैं साथियों तुहानूं दस देना, कोई भी किसी तरीके दी डिपार्टमेंट है उसका काम है कि उन्होंने 18-20 वालियां नूं आउट करना है, कि उन्होंने इस भर्ती दे विच इन्हां नूं विचारना है। ये डिपार्टमेंट का काम है। तो बहुत सारे साथी कह रहे थे कि असी 18-20 वाले, मैनूं बहुत सारे कॉन्फ्रेंस से लैके गल जिहड़े साथी करते हैं कि असी प्रधान जथेबंदी का असी साथ दिता, असी फंड भी दिता, तुहाडे नाल धरनिਆਂ ਦੇ ਵਿੱਚ भी गए, तो साडा साथ दो। देखो मैं उन्हां साथियों नूं कहना चाहुंदा, तुसी भी सानू उन्ने ही हो, तुसी भी साथ दिता, जिन्हां ने केस लगाया वो भी सानू उन्नी है। इसलिए असी किसी दी भी कोई पक्षपात जिहड़ी है वो नहीं कर रहे। इस गल तो बेझिझक हो जाओ। साडा काम है जिहड़ा बेरोजगारां नूं रोजगार दिवाना, ना कि बाहर कराउणा। असी डिपार्टमेंट दे विच कोई किसी तरह का प्रैशर नहीं बना रहे। सो तुहानूं एक गल दस दियां, ये डिपार्टमेंट का अंतिम जिहड़ा है वो फैसला होएगा, वो किसी ते भी लागू हो सकता है, पर यूनीयन वालों किसी तरह का कोई प्रैशर जिहड़ा है वो नहीं बनाया जाएगा। सो इस गल का जिहड़ा है वो विश्वास करियो। तो साथियों तुहाडे अगे एक अपील है कि जेकर सरकार कोलों आपां कुछ लेना है तो हुण ये ना सोच के बैठे हो कि गर्मी बहुत ज़्यादा है, वो साथी चला जाऊगा, मैं नहीं जाता, कोई गल नहीं, गुआंढी चला गया, शायद उन्हें क्या होया जिहड़ा वो अपना मसला तो हल हो ही जाना है, असी लाइव देखांगे। ये ना समझो कि आम आदमी पार्टी नूं असी बनाता तो हुण असी इन्हां दी मुर्दाबाद नहीं करनी। साडा काम रुजगार लेना, सरकार दे कोलों आपदे हक लेने। सो साथियों रेडी हो जाओ। 16 जुलाई नूं
ਸੰਗਰੂਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਹੈ ਤਾਂ ਪਹਿਲੀ ਵਾਰ ਇੱਕ ਇਤਿਹਾਸ ਜਿਹੜਾ ਉਹ ਰਚਨਾ ਹੈ ਕਿ ਈਟੀਟੀ ਵਾਲੇ ਜਿਹੜੇ 5 ਸਾਲ ਲਗਾਤਾਰ ਕਾਂਗਰਸ ਦੇ ਨਾਲ ਭਿੜੇ ਸੀ, ਅੱਜ ਉਹਨਾਂ ਨੇ ਸ਼ੁਰੂਆਤ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਸ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਹੈ। ਤੇ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਆਦਾ ਹੱਕ ਲੈ ਕੇ ਘਰਾਂ ਦੇ ਵਿੱਚ ਜਿਹੜੇ ਹੈ ਉਹ ਵਾਪਸ ਜਿਹੜੇ ਹੈ ਉਹ ਜਾਣਗੇ। ਸੋ ਮੈਂ ਇੱਥੇ ਸਰਕਾਰ ਨੂੰ ਇੱਕ ਗੱਲ ਦੀ ਚੇਤਾਵਨੀ ਦੇਣਾ ਚਾਹਣਾ ਕਿ ਵਾਕਿਆ ਇਹ ਗੱਲ ਹੋਈ ਹੈ, ਪਹਿਲਾਂ ਕੈਪਟਨ ਸੀ, ਕੈਪਟਨ ਤੋਂ ਬਾਅਦ ਸਾਡੇ ਸੀਐਮ ਚਰਨਜੀਤ ਚੰਨੀ ਆਏ, ਚਿਹਰੇ ਬਦਲ ਗਏ ਪਰ ਕੁਰਸੀਆਂ ਉਹੀ। ਹੁਣ ਵੱਡੇ ਵੱਡੇ ਵਾਅਦੇ ਕਰਕੇ ਦਿੱਲੀ ਦੇ ਸਕੂਲਾਂ ਦਾ ਮਾਡਲ ਦਾ ਇਸ਼ਾਰਾ ਕਰਕੇ ਬੇਰੁਜ਼ਗਾਰਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਨਾਲ ਵਾਅਦੇ ਕਰਕੇ ਉਹਨਾਂ ਨਾਲ ਧਰਨਿਆਂ ਦੇ ਵਿੱਚ ਜਾ ਕੇ ਬੈਠ ਕੇ ਉਹਨਾਂ ਨਾਲ ਵਾਅਦੇ ਕਰਕੇ, ਪਰ ਅੱਜ ਸਰਕਾਰ ਜਿਹੜੀ ਹੈ ਉਹਨਾਂ ਵਾਅਦਿਆਂ ਤੋਂ ਜਿਹੜੀ ਉਹ ਭੱਜ ਰਹੀ ਹੈ। ਤਾਂ ਮੈਂ ਇੱਥੇ ਇੱਕ ਗੱਲ ਸਰਕਾਰ ਨੂੰ, ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦੇਣਾ ਚਾਹਣਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਸਰਕਾਰ ਜਿਹੜੀ ਕਾਂਗਰਸ ਸਰਕਾਰ ਸੀਗੀ ਜਿਸ ਟਾਈਮ, ਜਿਵੇਂ ਉਸ ਸਰਕਾਰ ਦਾ ਅਸੀਂ ਜਲੂਸ ਕੱਢਿਆ ਤਾਂ ਉਵੇਂ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਹੈ ਉਹ ਅਸੀਂ ਜਲੂਸ ਕੱਢਾਂਗੇ ਜੇਕਰ ਸਾਡਾ ਮਸਲਿਆਂ ਦਾ ਜਿਹੜਾ ਉਹ ਹੱਲ ਨਾ ਕੱਢਿਆ ਗਿਆ ਤਾਂ। ਸੋ 16 ਜੁਲਾਈ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ, ਕਿਉਂਕਿ ਇਹਨਾਂ ਸਰਕਾਰਾਂ ਨੇ ਢਿੱਲੇ ਪਿਆ ਜਾਂ ਘਰਾਂ 'ਚ ਬੈਠਾ ਜਿਹੜਾ ਹੈ ਉਹ ਆਪਾਂ ਨੂੰ ਰੁਜ਼ਗਾਰ ਨਹੀਂ ਦੇਣਾ। ਸੋ ਸਾਡੀ ਬੇਰੁਜ਼ਗਾਰ ਈਟੀਟੀ ਯੂਨੀਅਨ ਦੇ ਵੱਲੋਂ ਇਹ ਚੇਤਾਵਨੀ ਹੈ ਸਰਕਾਰ ਨੂੰ ਕਿ ਸਾਡੇ ਸਮੱਸਿਆ ਦਾ ਹੱਲ 16 ਤਰੀਕ ਤੋਂ ਪਹਿਲਾਂ ਜੇਕਰ ਕਰ ਦਿੱਤਾ ਜਾਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਤਾਂ 16 ਤਰੀਕ ਤੋਂ ਸਾਡੀ ਜਿਹੜੀ ਹੈ ਉਹ ਸੰਗਰੂਰ ਦੇ ਵਿੱਚ ਜਿਹੜੀ ਸ਼ੁਰੂਆਤ ਹੋਊਗੀ। ਤਾਂ ਉਸ ਤੋਂ ਬਾਅਦ ਪੱਕੇ ਮੋਰਚੇ ਵੀ ਜਿਹੜੇ ਹੈ ਉਹ ਦੁਬਾਰਾ ਫਿਰ ਸੰਗਰੂਰ ਦੇ ਵਿੱਚ ਜਿਹੜੇ ਹੈ ਉਹ ਦੇਖਣ ਨੂੰ ਮਿਲਣਗੇ। ਸੋ ਇਸ ਗੱਲ ਦੀ ਜਿਹੜੀ ਹੈ ਸਿੱਧੇ ਤੌਰ ਤੇ ਸਰਕਾਰ ਨੂੰ ਜਿਹੜੀ ਹੈ ਉਹ ਚੇਤਾਵਨੀ ਹੈ ਸਾਡੀ। ਇੱਕ ਗੱਲ ਹੋਰ ਕਹਿ ਦਿਆਂ, ਸੌਰੀ ਸਾਥੀਓ, 16 ਜੂਨ ਹੈ, 16 ਜੁਲਾਈ ਨਹੀਂ ਗੀ, 16 ਜੂਨ ਦਾ ਆਪਣਾ ਪ੍ਰੋਟੈਸਟ ਜਿਹੜਾ ਹੈ ਉਹ ਲਿਖਿਆ ਹੋਇਆ ਹੈ। ਸੋ ਦੁਬਾਰਾ ਫਿਰ ਮੈਂ ਰਿਪੀਟ ਕਰ ਰਿਹਾ ਕਿ 16 ਜੂਨ ਦਾ ਜਿਹੜਾ ਆਪਣਾ ਉਹ ਪ੍ਰੋਟੈਸਟ ਹੈ ਸੰਗਰੂਰ ਦੇ ਵਿੱਚ, ਤੇ ਸਾਰੇ ਸਾਥੀਆਂ ਨੇ ਜਿਹੜਾ ਪਹੁੰਚਣਾ ਹੈ। ਮੇਰੇ ਕੋਲ ਮਿਸਟੇਕ ਹੋ ਗਈ ਸੀ, ਜੂਨ ਦੇ ਬਜਾਏ ਜੁਲਾਈ ਜਿਹੜਾ ਹੈ ਉਹ ਬੋਲਿਆ ਗਿਆ। ਸੋ ਦੁਬਾਰਾ ਸਾਰਿਆਂ ਨੂੰ, ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਵੱਡੀ ਗਿਣਤੀ ਦੇ ਵਿੱਚ 16 ਜੂਨ ਨੂੰ ਜਿਹੜਾ ਹੈ ਸੰਗਰੂਰ ਦੇ ਵਿੱਚ ਪਹੁੰਚੋ। ਮੈਂ ਇੱਥੇ ਇੱਕ ਗੱਲ ਆਪਣੇ ਸਿੱਖਿਆ ਮੰਤਰੀ ਸਾਹਿਬ ਮੀਤ ਹੇਰ ਨੂੰ ਕਹਿਣਾ ਚਾਹਣਾ ਕਿ ਸਾਥੀਓ ਥੋੜਾ ਜਿਹਾ ਆਪਣਾ ਜਿਹੜਾ ਲਾਈਵ ਤੁਸੀਂ ਦੇਖ ਰਹੇ ਇਸ ਨੂੰ ਹੋਰ ਸ਼ੇਅਰ ਕਰੋ ਕਿ ਸਾਡੇ ਸਿੱਖਿਆ ਮੰਤਰੀ ਤੱਕ ਸਾਡੀ ਆਵਾਜ਼ ਜਿਹੜੀ ਹੈ ਉਹ ਪਹੁੰਚ ਸਕੇ, ਉਹ ਸਾਡਾ ਲਾਈਵ ਜਿਹੜਾ ਹੈ ਉਹ ਦੇਖ ਸਕਣ ਕਿ ਕਾਂਗਰਸ ਸਰਕਾਰ ਦੇ ਵਿੱਚ 4 ਸਿੱਖਿਆ ਮੰਤਰੀ ਸਾਹਿਬ ਦੇ ਨਾਲ ਅਸੀਂ ਰਾਬਤਾ ਬਣਾਇਆ, 4 ਸਿੱਖਿਆ ਮੰਤਰੀ ਨਾਲ ਅਸੀਂ ਮੀਟਿੰਗਾਂ ਕੀਤੀਆਂ ਤਾਂ ਭਰਤੀਆਂ ਲਈਆਂ। 5ਵੇਂ ਸਿੱਖਿਆ ਮੰਤਰੀ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਹੈ ਉਹ ਸਾਡਾ ਜਿਹੜਾ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਨਾਲ ਜਿਹੜਾ ਵਾਹ ਪੈਣ ਜਾ ਰਿਹਾ ਹੈ। ਸੋ ਸੰਗਰੂਰ ਦੇ ਵਿੱਚ ਉਹੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਸਭ ਕੁਝ ਜਾਣਦਾ ਹੈ। ਮੀਡੀਆ ਦੇ ਵਿੱਚ ਅੱਜ ਵੀ ਤੁਸੀਂ
ਚਾਹੇ ਸਾਡਾ YouTube ਚੈਨਲ ਹੈ, ਚਾਹੇ ਕੁਝ ਵੀ, ਉਸ ਨੂੰ ਚੱਕ ਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀਗਾ। ਤੇ ਮੈਂ ਸਿੱਖਿਆ ਮੰਤਰੀ ਮੀਤ ਹੇਰ, ਮਾਣਯੋਗ ਸਾਡੇ ਸਿੱਖਿਆ ਮੰਤਰੀ, ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਧਰਨਿਆਂ ਦੇ ਵਿੱਚ ਜਾ ਕੇ ਬੈਠਦੇ ਸੀ, ਜਦੋਂ ਸੁਨਾਮੀ ਗੇਟ ਦੇ ਕੋਲ ਟੈਂਕੀ ਦੇ ਉੱਪਰ ਸਾਡੀਆਂ ਭੈਣਾਂ ਤੇ ਵੀਰ ਚੜੇ ਹੋਏ ਸੀ, ਉੱਥੇ ਤੁਸੀਂ ਸਾਡੇ ਕੋਲ ਟੈਂਕੀ ਦੇ ਨੀਚੇ ਜਾ ਕੇ ਸਾਡੇ ਧਰਨੇ ਦੇ ਵਿੱਚ ਬੈਠ ਕੇ ਆਏ ਸੀ। ਤੁਸੀਂ ਕਹਿ ਕੇ ਆਏ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਓ, ਤੁਹਾਨੂੰ ਟੈਂਕੀਆਂ ਤੇ ਚੜ੍ਹਨ ਦੀ ਲੋੜ ਨਹੀਂਗੀ, ਲੋੜ ਨਹੀਂ ਪਊਗੀ, ਤੁਸੀਂ ਸਕੂਲਾਂ ਦੇ ਵਿੱਚ ਜਾਓਗੇ। ਤਾਂ ਹੁਣ ਕੀ ਹੈ, ਹੁਣ ਸਾਡੇ ਨਾਲ ਉਹੀ ਸਿੱਖਿਆ ਮੰਤਰੀ ਬਣ ਗਏ ਮੀਤ ਹੇਰ, ਜਿਹੜੇ ਉਦੋਂ MLA ਸੀਗੇ, ਹੁਣ ਉਹ ਸਿੱਖਿਆ ਮੰਤਰੀ ਵੀ ਬਣ ਚੁੱਕੇ ਨੇ। ਪਰ ਸਾਨੂੰ ਹਜੇ ਤੱਕ ਵੀ ਉਹਨਾਂ ਨੇ ਮੀਟਿੰਗ ਦਾ ਜਿਹੜਾ ਉਹ ਸਹੀ ਟਾਈਮ ਜਿਹੜਾ ਉਹ ਨਹੀਂ ਦਿੱਤਾ। ਕੋਈ ਸ਼ਡਿਊਲ ਨਹੀਂ ਮੀਟਿੰਗ ਕਰਨ ਦਾ, ਕੋਈ ਕਿਸੇ ਤਰੀਕੇ ਨਾਲ। ਹਜੇ ਤੱਕ 4-5 ਮਹੀਨੇ ਹੋ ਚੱਲੇ ਨੇ, ਇੱਕ ਵੀ ਪੈਨਲ ਮੀਟਿੰਗ ਜਿਹੜੀ ਹੈ ਉਹ ਸਿੱਖਿਆ ਮੰਤਰੀ ਸਾਹਿਬ ਨੇ ਕਿਸੇ ਵੀ ਡਿਪਾਰਟਮੈਂਟ ਦੇ ਨਾਲ ਦਾ, ਮੈਨੂੰ ਦੂਸਰੇ ਦਾ ਨਹੀਂ ਪਤਾ, ਪਰ ਸਾਡੇ ਨਾਲ ਵਾਰ-ਵਾਰ ਮੀਟਿੰਗਾਂ ਮੰਗਣ ਤੇ ਵੀ, ਚਾਹੇ ਉਹ ਸਾਡੇ ਨਾਲ ਮੀਟਿੰਗ ਹੁੰਦੀ ਨਹੀਂ ਸੀ, ਜੇਕਰ ਮੀਟਿੰਗ ਹੋਈ ਵੀ 2-3 ਮਿੰਟ ਦੇ ਲਈ ਮੀਟਿੰਗ ਕੀਤੀ ਤਾਂ ਅੱਗੇ ਨੂੰ ਚੱਲਦੇ ਬਣੇ। ਪਰ ਹਜੇ ਤੱਕ ਵੀ ਸਿੱਖਿਆ ਮੰਤਰੀ ਸਾਹਿਬ ਮੀਤ ਹੇਰ ਨੇ ਸਾਡੇ ਨਾਲ ਕੋਈ ਪੈਨਲ ਮੀਟਿੰਗ ਜਿਹੜੀ ਹੈ ਉਹ ਨਹੀਂ ਕੀਤੀ। ਸੋ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੰਤਰੀ ਸਾਹਿਬ ਆਪਣਾ ਸ਼ਡਿਊਲ ਬਣਾਓ, ਸਾਰੀਆਂ ਜਥੇਬੰਦੀਆਂ ਦੇ ਨਾਲ ਬੈਠ ਕੇ ਜਿਹੜੀ ਉਹਨਾਂ ਦਾ ਮੀਟਿੰਗਾਂ ਕਰੋ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ। ਸਭ ਤੋਂ ਮੇਨ ਤੁਸੀਂ ਜਿਹੜੀ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀ ਜਿਹੜੀ ਹੈ ਤੁਸੀਂ ਗੱਲ ਕੀਤੀ ਸੀ, ਜਿੰਦੇ ਵਿੱਚ ਹੈਲਥ ਤੇ ਸਿੱਖਿਆ, ਕਿ ਇਹਨਾਂ ਦੇ ਵਿੱਚ, ਇਹਨਾਂ ਡਿਪਾਰਟਮੈਂਟਾਂ ਦੇ ਵਿੱਚ ਅਸੀਂ ਭਰਤੀਆਂ ਵੀ ਕਰਨੀਆਂ ਨੇ, ਨਵੇਂ ਸਕੂਲ ਜਿਹੜੇ ਹੈ ਅਪਗ੍ਰੇਡ ਵੀ ਕਰਨੇ ਆ, ਟੀਚਰਾਂ ਦੀ ਭਰਤੀਆਂ ਕਰਨੀਆਂ ਨੇ। ਪਰ ਹਜੇ ਤੱਕ ਵੀ ਨਾ ਕੋਈ ਨਵੇਂ ਡਾਕਟਰਾਂ ਦੀ ਭਰਤੀ ਕੀਤੀ, ਨਾ ਕੋਈ ਨਵੇਂ ਟੀਚਰਾਂ ਦੀ ਭਰਤੀ ਕੀਤੀ। ਸੋ ਜੇਕਰ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ MP ਦਾ ਇਲੈਕਸ਼ਨ ਜਿਹੜਾ ਹੈ ਉਹ ਆਊਗਾ 2 ਸਾਲਾਂ ਤੱਕ, ਤਾਂ ਉਹਨਾਂ ਨੂੰ ਜਵਾਬ ਜਿਹੜੀ ਹੈ ਉਹ ਜਨਤਾ ਜ਼ਰੂਰ ਦੇਊਗੀ। ਜੇਕਰ ਉਸ ਤੋਂ ਪਹਿਲਾਂ ਕੁਝ ਕੰਮ ਕਰ ਗਏ ਤਾਂ ਹੋ ਸਕਦਾ ਹੈ ਮਸ਼ੀਨਾਂ ਦੇ ਵਿੱਚ ਦੁਬਾਰਾ ਜਿਹੜੀ ਟਿਊਨ ਜਿਹੜੀ ਵੱਜਦੀ ਸੀਗੀ ਨਾ, ਉਹ ਸ਼ਾਇਦ ਝਾੜੂ ਵਾਲੀ ਵੱਜ ਜਾਏ, ਨਹੀਂ ਤਾਂ ਉਹ ਤਾਂ ਸਭ ਕੁਝ ਜਨਤਾ ਜਿਹੜੀ ਹੈ ਉਹ ਜਾਣਦੀ ਹੈ। ਜਿਵੇਂ ਚੀਕਾਂ ਕਾਂਗਰਸ ਦੀਆਂ ਕਢਾਈਆਂ, ਅਕਾਲੀਆਂ ਦੀਆਂ ਮਸ਼ੀਨਾਂ ਦੇ ਵਿੱਚ ਕਢਾਈਆਂ ਤੇ ਝਾੜੂ ਨੂੰ ਵੋਟਾਂ ਪਾਈਆਂ, ਉਵੇਂ ਹੀ ਫਿਰ ਦੁਬਾਰਾ ਚੀਕਾਂ ਜਿਹੜੀਆਂ ਨੇ ਉਹ ਮਸ਼ੀਨ ਦੀਆਂ ਨਿਕਲਣਗੀਆਂ, ਪਰ ਝਾੜੂ ਦਾ ਬਟਨ ਨਹੀਂ ਦੱਬੂਗਾ। ਸੋ ਇਹ ਸਾਡੀ ਜਿਹੜੀ ਹੈ ਉਹ ਚੇਤਾਵਨੀ ਹੈ ਸਰਕਾਰ ਨੂੰ, ਸਾਡੀਆਂ ਸਮੱਸਿਆਵਾਂ ਦਾ ਜਿਹੜਾ ਹੈ ਉਹ ਹੱਲ ਕੀਤਾ ਜਾਵੇ। ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਉਹ ਖਾਲੀ ਨੇ, ਸਾਨੂੰ ਸਕੂਲਾਂ ਦੇ ਵਿੱਚ ਜਿਹੜਾ ਹੈ ਉਹ ਭੇਜਿਆ ਜਾਵੇ, ਤਾਂ ਜੋ CM ਸਾਹਿਬ ਵੀ ਕਹਿੰਦੇ ਆ ਕਿ ਅਸੀਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ। ਸਿੱਖਿਆ ਦਾ ਮਿਆਰ ਤਾਂ ਹੀ ਉੱਚਾ ਹੋਊਗਾ ਜੇਕਰ ਸਕੂਲਾਂ ਦੇ ਵਿੱਚ ਟੀਚਰ ਹੋਣਗੇ। ਸੋ ਸਾਡੀ ਇਹ ਬੇਨਤੀ ਵੀ ਹੈ ਸਰਕਾਰ ਨੂੰ ਤੇ ਚੇਤਾਵਨੀ ਵੀ ਹੈ, ਜੇਕਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ ਤਾਂ। ਸੋ ਸਾਰੇ ਸਾਥੀਆਂ ਨੂੰ ਦੁਬਾਰਾ ਫਿਰ ਅਪੀਲ ਹੈ ਕਿ 16 ਜੂਨ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਪਹੁੰਚੋ। ਆਪਾਂ ਆਦਾ ਵੱਡਾ ਇਕੱਠ ਕਰਕੇ ਇਸ ਸਰਕਾਰ ਨੂੰ ਜਿਹੜੀ ਹੈ ਉੱਥੇ ਚੇਤਾਵਨੀ ਜਿਹੜੀ ਹੈ ਉਹ ਦੇਵਾਂਗੇ, ਕਿਉਂਕਿ ਜਿਮਨੀ ਚੋਣ ਜਿਹੜੀ ਹੈ ਸੰਗਰੂਰ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈ, ਤਾਂ ਇਹਨਾਂ ਦਾ ਭੰਡੀ ਪ੍ਰਚਾਰ ਕਰਾਂਗੇ ਕਿ ਇਹਨਾਂ ਸਰਕਾਰਾਂ ਨੇ ਹਜੇ ਤੱਕ ਵੀ ਸਾਡਾ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ। 1 ਮਹੀਨਾ ਹੋ ਚੱਲਿਆ ਸਟੇ ਬ੍ਰੇਕ ਹੋਏ ਨੂੰ, ਨਾ ਕੋਈ ਆਫਰ ਲੈਟਰ, ਨਾ ਕੋਈ ਸੈਂਕੜ ਲਿਸਟਾਂ, ਨਾ ਕੋਈ ਨਵੀਂ ਭਰਤੀ ਦਾ
पोर्टल खोलिया, ना ही इस सरकार ने 2364 का मसला हल किया, ना ही इस सरकार ने अजे तक ओवरेज वालों का मसला हल किया। सो रेडी रहो, आपदे नाल पैकिंग करके लैके आना है। तो मैं इत्थे एक गल तुहानूं दस दिया साथियों, CID वाले भी विच जिहड़े लाइव देख रहे होणगे कि 15 तरीक नूं दिल्ली तो CM साहब जिहड़े है जलंधर पहुंच रहे हैं। तो मैं सरकार को कहना चाहना कि साडे साथी जलंधर वाले, अमृतसर, गुरदासपुर, बहुत सारे साडे साथी जिहड़े आ बेरोजगार उत्ते बैठे आ, तां इह ना होवे कि जदों कांग्रेस दे विच समय एजुकेशन मिनिस्टर जां CM भाषण दिंदे सी तो आपदा भाषण जिहड़ा रोक के वापस गड्डी ते परत जांदे सी। ਇਹ ਨਾ ਹੋਵੇ कि दोबारा ਉਹੀ कहानी जिहड़ी है वो आम आदमी पार्टी ਨੂੰ ਜਿਹੜੀ है ਉਹਨਾਂ ਦੇ ਉੱਪਰ ਸਾਨੂੰ ਦਰਾਣੀ ਪਵੇ, ਉਹਨਾਂ ਨੂੰ ਮੁਰਦਾਬਾਦ ਦੀਆਂ ਜਿਹੜੀਆਂ ਨੇ ਉੱਥੇ ਇਕੱਠ ਦੇ ਵਿੱਚ ਉੱਥੇ ਸਟੇਜ ਤੇ ਜਿਹੜੀ ਹੈ ਉਹਨਾਂ ਨੂੰ ਸੁਣਨੀਆਂ ਪਾਉਣ। ਸੋ ਸਾਡੀ ਇਹ ਸਮੱਸਿਆਵਾਂ ਦਾ ਜਿਹੜਾ ਹੈ ਉਹ ਹੱਲ ਕੀਤਾ ਜਾਵੇ ਤਾਂ ਜੋ ਸਾਡੇ ਬੇਰੁਜ਼ਗਾਰ ਜਿਹੜੇ ਆ ਸੜਕਾਂ ਤੇ ਰੋਲ ਰਹੇ ਨੇ, ਜਿਹੜੇ ਧਰਨੇ ਲਾ ਰਹੇ ਨੇ, ਉਹਨਾਂ ਨੂੰ ਜਿਹੜਾ ਰੁਜ਼ਗਾਰ ਮਿਲ ਸਕੇ, ਸਕੂਲਾਂ ਦੇ ਸਿੱਖਿਆ ਦੇ ਮਿਆਰ ਨੂੰ ਜਿਹੜਾ ਹੈ ਉਹ ਉੱਚਾ ਚੁੱਕਿਆ ਜਾ ਸਕੇ। ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਦੁਬਾਰਾ ਫਿਰ ਕਿ 16 ਜੂਨ ਨੂੰ ਹਰ ਹਾਲਤ ਵਿੱਚ ਸੰਗਰੂਰ ਪਹੁੰਚੋ ਤਾਂ ਜੋ ਆਪਾਂ ਜਿਹੜੀ ਹੈ ਜਿੱਤ ਜਿਹੜੀ ਹੈ ਉਹ ਪ੍ਰਾਪਤ ਕਰ ਸਕੀਏ, ਆਫਰ ਲੈਟਰ ਲੈ ਸਕੀਏ, 2364 ਦਾ ਹੱਲ ਕਰਵਾ ਸਕੀਏ, ਸੈਂਕੜ ਲਿਸਟਾਂ ਪਵਾ ਸਕੀਏ, 993 ਦਾ पोर्टल खुलवाना है और ओवरेज का मसला हल करवाना है। सो सारे साथियों का बहुत बहुत धन्यवाद। जय जनता, जय संघर्ष, जित लड़ते लोगों की।